ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਨਦੀਪ ਕੌਰ ਹੈ ਅਤੇ ਮੈਂ ਤੁਹਾਡਾ ਮੇਰੇ YouTube ਚੈਨਲ ਪਾਥ ਟੂ ਸ਼ੋਰ ਸਕਸੈਸ 'ਤੇ ਸਵਾਗਤ ਕਰਦੀ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਣਾ ਜੋ ਟੀਚਿੰਗ ਐਪਟੀਟਿਊਡ ਦਾ ਜੋ ਟੌਪਿਕ ਸੀ ਆਪਣਾ ਕੰਪਲੀਟ ਕੀਤਾ ਸੀ। ਹੁਣ ਆਪਾਂ ਨੈਕਸਟ ਟੌਪਿਕ ਦੇ MCQs ਕਰਾਂਗੇ ਜੋ ਵੈਲਿਊਜ਼ ਨਾਲ ਰਿਲੇਟਡ ਹਨ। ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਉਹਨਾਂ ਸਟੂਡੈਂਟਸ ਨਾਲ ਜ਼ਰੂਰ ਸ਼ੇਅਰ ਕਰਨਾ ਜੋ ਕਿ BEd ਜਾਂ ETT ਜੋ ਐਂਟਰੈਂਸ ਐਗਜ਼ਾਮ ਹੈ ਉਸ ਦੀ ਪ੍ਰੈਪਰੇਸ਼ਨ ਕਰ ਰਹੇ ਹਨ, ਕਿਉਂਕਿ ਆਪਣਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਵੱਧ ਤੋਂ ਵੱਧ ਬੱਚੇ ਵਧੀਆ ਰੈਂਕ ਨਾਲ ਇਹ ਜੋ ਐਗਜ਼ਾਮ ਹੈ ਇਸ ਨੂੰ ਕਰੈਕ ਕਰਨ। ਤਾਂ ਜੇ ਆਪਾਂ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਫਸਟ ਕੁਐਸਚਨ ਹੈ ਮੋਰਲ ਵੈਲਿਊਜ਼। ਜੋ ਮੋਰਲ ਵੈਲਿਊਜ਼ ਹੁੰਦੀਆਂ ਨੇ ਉਹ ਕੀ ਹੁੰਦੀਆਂ ਹਨ? ਤਾਂ ਮੋਰਲ ਵੈਲਿਊਜ਼ ਹੁੰਦੀਆਂ ਹਨ ਜੀ ਫੀਲਿੰਗਸ। ਇਟ ਇਜ਼ ਦਾ ਸੋ ਰਾਈਟ ਆਨਸਰ। ਦਾ ਕੀ ਵੈਲਿਊ ਇਨ ਇੰਡੀਅਨ ਕੌਨਸਟੀਟਿਊਸ਼ਨ, ਜਿਹੜਾ ਆਪਣਾ ਸੰਵਿਧਾਨ ਹੈ, ਇੰਡੀਅਨ ਕੌਨਸਟੀਟਿਊਸ਼ਨ ਹੈ, ਉਸ ਦਾ ਸਾਰਿਆਂ ਨਾਲੋਂ ਮੇਨ ਚੀਜ਼ ਕੀ ਹੈ? ਤਾਂ ਉਹ ਹੈ ਜੀ ਜਸਟਿਸ। ਕਿਸੇ ਨਾਲ ਇਨਜਸਟਿਸ ਨਾ ਹੋਵੇ, ਕਿਉਂਕਿ ਆਪਾਂ ਮੇਨ ਸੁਣਦੇ ਹਾਂ ਜਦੋਂ ਆਪਾਂ ਕੋਰਟ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਜੱਜ ਕੀ ਕਹਿੰਦਾ ਹੁੰਦਾ ਹੈ ਕਿ ਕੋਈ ਵੀ ਨਿਰਦੋਸ਼ ਬੰਦੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ, ਚਾਹੇ ਜਿੰਨੇ ਮਰਜ਼ੀ ਦੋਸ਼ੀ ਬਚ ਜਾਣ। ਜੋ ਜਸਟਿਸ ਹੈ ਉਹ ਪ੍ਰੋਪਰ ਤਰੀਕੇ ਨਾਲ ਹੋਣਾ ਚਾਹੀਦਾ ਹੈ। ਐਜੂਕੇਸ਼ਨ ਐਜ਼ ਪਰ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਫਾਈਨਸ ਦਾ ਐਂਟਰੀ। ਤੁਹਾਨੂੰ ਪਹਿਲਾਂ ਵੀ ਪਿਛਲੀ ਵੀਡੀਓਜ਼ ਦੇ ਵਿੱਚ ਦੱਸਿਆ ਸੀ, ਲਿਸਟ ਵੀ ਪ੍ਰੋਵਾਈਡ ਕਰਵਾਈ ਸੀ ਕਿ ਜੋ ਇੰਡੀਅਨ ਕੌਨਸਟੀਟਿਊਸ਼ਨ ਆ ਇਹਦੇ 'ਚ ਅਲੱਗ-ਅਲੱਗ 3 ਪਾਰਟਸ ਬਣੇ ਹੋਏ ਨੇ, ਜਿਸ ਵਿੱਚ 3 ਲਿਸਟਸ ਨੇ, ਕੌਨਕਰੈਂਟ ਲਿਸਟ, ਸਟੇਟ ਲਿਸਟ, ਸੈਂਟਰ ਲਿਸਟ। ਤਾਂ ਜੋ ਐਜੂਕੇਸ਼ਨ ਹੈ ਉਹ ਕਿਸ ਲਿਸਟ ਦੇ ਵਿੱਚ ਆਉਂਦਾ ਹੈ? ਕੌਨਕਰੈਂਟ ਆਉਂਦਾ ਹੈ ਜੀ, ਕੌਨਕਰੈਂਟ ਲਿਸਟ ਦੇ ਵਿੱਚ ਆਉਂਦਾ ਹੈ ਜੋ ਐਜੂਕੇਸ਼ਨ ਹੈ। ਨੈਕਸਟ ਹੈ ਜੀ ਐਜ਼ ਪਰ ਆਵਰ ਕੌਨਸਟੀਟਿਊਸ਼ਨ। ਆਪਣੇ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਐਜੂਕੇਸ਼ਨ ਕਿਸ ਦੀ ਰਿਸਪੋਂਸੀਬਿਲਿਟੀ ਹੈ? ਤਾਂ ਇਹ ਹੈ ਯੂਨੀਅਨ ਐਂਡ ਸਟੇਟ ਗਵਰਨਮੈਂਟ ਦੋਨਾਂ ਦੀ। ਨੈਕਸਟ ਹੈ ਜੀ ਵਿਚ ਇਜ਼ ਦਾ ਹਾਈਐਸਟ ਪੋਲਿਸੀ ਮੇਕਿੰਗ ਬੋਡੀ ਇਨ ਐਜੂਕੇਸ਼ਨ ਇਨ ਇੰਡੀਆ। ਇੰਡੀਆ ਦੇ ਵਿੱਚ ਕਿਹੜੀ ਅਜਿਹੀ ਬੋਡੀ ਹੈ? ਉਹ ਹੈ ਜੀ MHRD, ਮਿਨਿਸਟਰੀ ਆਫ ਹਾਇਰ ਐਜੂਕੇਸ਼ਨ ਇਨ ਇੰਡੀਆ। ਨੈਕਸਟ ਹੈ ਜੀ ਵਿਚ ਆਰਟੀਕਲ ਆਫ ਕੌਨਸਟੀਟਿਊਸ਼ਨ ਡੀਲਸ ਵਿਦ ਨੋ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ। ਕਾਸਟ ਦੇ ਬੇਸ 'ਤੇ ਕਿਹੜਾ ਆਰਟੀਕਲ ਹੈ ਜੋ ਕਹਿੰਦਾ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ ਚਾਹੀਦਾ? ਤਾਂ ਉਹ ਹੈ ਜੀ ਆਰਟੀਕਲ 15। ਆਪਾਂ ਇੱਕ ਵੀਡੀਓ ਦੇ ਵਿੱਚ ਇਹ ਸਾਰੇ ਆਰਟੀਕਲ ਨੂੰ ਤੁਸੀਂ ਕਿੱਦਾਂ ਯਾਦ ਰੱਖ ਸਕਦੇ ਹੋ, ਮੇ ਬੀ ਨੈਕਸਟ ਵੀਡੀਓ ਹੋਵੇਗੀ ਤਾਂ ਉਸ ਦੀ ਇੱਕ ਟ੍ਰਿਕ ਦੇ ਰਾਹੀਂ ਸਾਰੇ ਆਰਟੀਕਲ ਯਾਦ ਕਰਾਂਗੇ। ਨੈਕਸਟ ਹੈ ਜੀ ਕਿਹੜਾ ਆਰਟੀਕਲ ਹੈ ਜੋ SC ਅਤੇ ST ਜੋ ਕਾਸਟ ਹੈ ਉਸ ਦੇ ਨਾਲ ਰਿਲੇਟਡ ਹੈ? ਤਾਂ ਇਹ ਹੈ ਜੀ ਆਰਟੀਕਲ 341 ਅਤੇ 342। ਨੈਕਸਟ ਹੈ ਜੀ ਵਿਚ ਆਰਟੀਕਲ ਡੀਲਸ ਵਿਦ ਨੋਨ ਇੰਪਲੋਇਮੈਂਟ ਆਫ ਚਿਲਡਰਨ ਬਿਲੋ 14 ਈਅਰਸ ਏਜ। ਇੱਥੇ ਤੁਸੀਂ ਕਿਹੜੇ ਕੁਐਸਚਨ ਯਾਦ ਰੱਖਣੇ ਕਿ ਕਿੰਨੀ ਸਾਲ ਦੇ ਨੀਚੇ ਜਿਹੜਾ ਬੱਚਾ ਹੁੰਦਾ ਉਹ ਕੰਮ ਨਹੀਂ ਕਰ ਸਕਦਾ? 14 ਸਾਲ। 14 ਸਾਲ ਤੋਂ ਜੇਕਰ ਵੱਧ ਬੱਚੇ ਦੀ ਉਮਰ ਹੈ ਤਾਂ ਆਪਾਂ ਉਸਨੂੰ ਕੰਮ ਲਈ ਰੱਖ ਸਕਦੇ ਹਾਂ। ਇਹ ਚੀਜ਼ ਸੰਵਿਧਾਨ ਦੇ ਕਿਹੜੇ ਆਰਟੀਕਲ ਵਿੱਚ ਲਿਖੀ ਹੋਈ ਹੈ? ਤਾਂ ਇਹ ਲਿਖੀ ਹੋਈ ਹੈ ਜੀ ਆਰਟੀਕਲ 24। ਨੈਕਸਟ ਹੈ ਜੀ 25 ਆਰਟੀਕਲ ਹੈ ਉਹ ਕਿਸ ਚੀਜ਼ ਨਾਲ ਡੀਲ ਕਰਦਾ ਹੈ? ਉਹ ਕਰਦਾ ਹੈ ਫਰੀਡਮ ਆਫ ਰਿਲੀਜਨ ਦੇ ਨਾਲ। ਇਨ ਯੂਰ ਓਪੀਨੀਅਨ, ਤੁਹਾਡੇ ਓਪੀਨੀਅਨ ਦੇ ਅਕੋਰਡਿੰਗ ਜਿਹੜਾ ਕਮਿਸ਼ਨ ਹੈ ਅਪੁਆਇੰਟਿੰਗ ਆਫ ਕਮਿਸ਼ਨ ਇਨ ਐਜੂਕੇਸ਼ਨ ਸ਼ੁੱਡ ਟੇਕ ਪਲੇਸ ਕਿੰਨੇ ਟਾਈਮ ਬਾਅਦ ਹੋਣਾ ਚਾਹੀਦਾ ਹੈ? ਐਟਲੀਸਟ ਆਫਟਰ 10 ਈਅਰ, 10 ਸਾਲਾਂ ਬਾਅਦ ਉਸ ਨੂੰ ਇੱਕ ਵਾਰੀ ਜ਼ਰੂਰ ਬਦਲਣਾ ਚਾਹੀਦਾ ਹੈ। ਨੈਕਸਟ ਹੈ ਜੀ ਨੈਸ਼ਨਲ ਸਰਵਿਸ ਕਮਿਸ਼ਨ NSS। ਤਾਂ ਤੁਸੀਂ ਪਹਿਲਾਂ ਤਾਂ NSS ਦੀ ਫੁੱਲ ਫੋਰਮ ਯਾਦ ਰੱਖਣੀ ਹੈ। ਕੀ ਹੈ? ਨੈਸ਼ਨਲ ਸਰਵਿਸ ਸਕੀਮ। ਇਹਦਾ ਮੇਨ ਏਮ ਕੀ ਹੈ? ਇਹ ਹੈ ਜੀ ਡਿਵੈਲਪਿੰਗ ਡਿਗਨਿਟੀ ਆਫ ਲੇਬਰ ਐਂਡ ਸੈਂਸ ਆਫ ਐਪਲੀਕੇਸ਼ਨ ਵਿਦ ਦਾ ਸੁਸਾਇਟੀ। ਆਪਾਂ ਸੁਸਾਇਟੀ ਨੂੰ ਕਿਸ ਤਰ੍ਹਾਂ ਸਰਵਿਸਿਸ ਦੇ ਸਕਦੇ ਹਾਂ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਆਉਂਦੀਆਂ ਹਨ। ਨੈਕਸਟ ਹੈ ਜੀ NCERT ਰਿਕਮੈਂਡ ਕਰਦੀ ਹੈ ਵਿਚ ਆਫ ਦਾ ਫਲੋਇੰਗ ਵੈਲਿਊਜ਼ ਇਨਕਲਕੇਸ਼ਨਸ ਇਨ ਨਵੰਬਰ 1970। 1970 ਦੇ ਵਿੱਚ ਉਸਨੇ ਜੋ ਵੈਲਿਊ ਇਨਕਲਕੇਸ਼ਨ ਸੀ ਉਹ ਦੱਸੀਆਂ ਹਨ। ਕਿਹੜੀਆਂ ਕਿਹੜੀਆਂ ਨੇ? ਟਰੂਥਫੁਲਨੈਸ ਹੋਣੀ ਚਾਹੀਦੀ ਹੈ, ਨੋਨ ਵਾਇਲੈਂਸ, ਡਿਗਨਿਟੀ ਆਫ ਲੇਬਰ। ਸੋ D ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਵੈਨ ਡਿਡ ਐਜੂਕੇਸ਼ਨ ਬਿਕਮ ਦਾ ਜੁਆਇੰਟ ਰਿਸਪੋਂਸੀਬਿਲਿਟੀ ਆਫ ਦਾ ਸੈਂਟਰ ਐਂਡ ਸਟੇਟ ਗਵਰਨਮੈਂਟ। ਆਪਾਂ ਨੂੰ ਪਤਾ ਹੈ ਜੋ ਐਜੂਕੇਸ਼ਨ ਹੈ ਕੌਨਕਰੈਂਟ ਲਿਸਟ ਦੇ ਵਿੱਚ ਆਉਂਦੀ ਹੈ ਅਤੇ ਸੈਂਟਰ ਅਤੇ ਯੂਨੀਅਨ ਅਤੇ ਸਟੇਟ ਦੀ ਦੋਨਾਂ ਦੀ ਕੀ ਹੈ? ਰਿਸਪੋਂਸੀਬਿਲਿਟੀ ਹੈ, ਮਿਊਚੁਅਲੀ ਰਿਸਪੋਂਸੀਬਿਲਿਟੀ ਹੈ। ਤਾਂ ਇਹ ਚੀਜ਼ ਕਦੋਂ ਆਈ ਸੀ? ਇਸ ਬਾਰੇ ਕਿਹਾ ਗਿਆ ਸੀ ਜੀ 1976 ਦੇ ਵਿੱਚ। ਪ੍ਰਮੋਸ਼ਨ ਆਫ ਐਜੂਕੇਸ਼ਨਲ ਐਂਡ ਇਕਨੋਮਿਕ ਇੰਟਰਸਟ ਆਫ ਜੋ ਸ਼ਡਿਊਲ ਕਾਸਟ ਨੇ ਜਾਂ ਸ਼ਡਿਊਲ ਟਰਾਈਬ ਨੇ, ਜਿਨ੍ਹਾਂ ਨੂੰ ਆਪਾਂ SC ਜਾਂ ST ਕਹਿੰਦੇ ਹਾਂ, ਐਂਡ ਅਦਰ ਵੀਕਰ ਸੈਕਸ਼ਨਸ, ਇਹਨਾਂ ਬਾਰੇ ਕਿਸ ਆਰਟੀਕਲ ਦੇ ਵਿੱਚ ਕਿਹਾ ਗਿਆ ਹੈ? ਤਾਂ ਇਹ ਕਿਹਾ ਗਿਆ ਹੈ ਜੀ 46 ਆਰਟੀਕਲ ਦੇ ਵਿੱਚ। ਯੂਨੀਵਰਸਲਾਈਜੇਸ਼ਨ ਆਫ ਐਜੂਕੇਸ਼ਨ ਹੈਜ਼ ਫੇਲਡ। ਇਹ ਫੇਲਡ ਹੋ ਗਈ ਹੈ। ਮੇਨ ਰੀਜ਼ਨ ਕੀ ਬਣਿਆ ਹੈ? ਕਿਉਂਕਿ ਜਿਹੜੀਆਂ ਸਟੇਟ ਗਵਰਨਮੈਂਟ ਨੇ ਉਹ ਜ਼ਿਆਦਾ ਇਸ ਚੀਜ਼ ਵੱਲ ਸੀਰੀਅਸ ਨਹੀਂ ਹੁੰਦੀਆਂ। ਜੋ 23 ਹੈ ਆਰਟੀਕਲ ਕੌਨਸਟੀਟਿਊਸ਼ਨ ਦਾ, ਉਹ ਕੀ ਚੀਜ਼ ਪਰ ਦੱਸਦਾ ਹੈ ਆਪਾਂ ਨੂੰ? ਪ੍ਰੋਹਿਬਿਸ਼ਨਸ ਟ੍ਰੈਫਿਕ ਇਨ ਹਿਊਮਨ ਬੀਂਗਸ ਐਂਡ ਫੋਰਸਡ ਲੇਬਰ। ਜੋ ਵੀ ਆਪਾਂ ਮਨੁੱਖਾਂ ਦੀ ਤਸਕਰੀ ਕਹਿ ਦਿੰਦੇ ਹਾਂ ਜਾਂ ਫੋਰਸਡ ਲੇਬਰ ਹੈ ਉਸ ਦੀ ਮਨਾਹੀ ਹੈ। ਇਸ ਬਾਰੇ ਕਿਸ ਆਰਟੀਕਲ 'ਚ ਦੱਸਿਆ? ਆਰਟੀਕਲ 23 ਦੇ ਵਿੱਚ।
आर्टिकल 41 किस चीज़ नाल रिलेटेड है? ये रिलेटेड है जी राइट टू वर्क, टू एजुकेशन एंड पब्लिक असिस्टेंस इन सर्टन केसेस। नैक्सट है जी जो आर्टिकल 48 है कॉन्स्टिट्यूशन का की चीज़ दसदा है कि ऑर्डर करना है स्टेट नूं ऑर्गेनाइज की करे एग्रीकल्चर एंड एनीमल हसबेंडरी ऑन मॉडर्न एंड साइंटिफिक लाइन्स ते। सो इज द राइट आंसर। एज पर द कॉन्स्टिट्यूशन इट शैल बी द ड्यूटी ऑफ एवरी सिटीजन, हरेक सिटीजन की ड्यूटी है टू डिवेलप अ साइंटिफिक टेम्पर ह्यूमनिज्म एंड द स्पिरिट ऑफ इनक्वायरी एंड रिफॉर्म। सो बी इज द राइट आंसर। विच आर्टिकल ऑफ द कॉन्स्टिट्यूशन ऑर्डर द स्टेट टू प्रोवाइड इक्वल जस्टिस एंड फ्री लीगल एड? इक्वल जस्टिस होवे फ्री लीगल एड किहड़े आर्टिकल दे विच दसी है जी? आर्टिकल 39A दे विच। वट आर द डायरैक्टिव प्रिंसीपल ऑफ स्टेट पॉलिसी? DPSP कहने हैं। किन्ने आर्टिकल कवर होंदे हैं जी इस विच? 36 तो 51। तां की हन ਇਹ ਸੈੱਟ ਆਫ ਪ੍ਰਿੰਸੀਪਲਸ ਨੇ ਜਿਹੜੇ ਕਿਪਟ ਕੀਤੇ ਜਾਂਦੇ ਨੇ ਇਨ ਵਿਊ ਬਾਏ ਦਾ ਲੈਜਿਸਲੇਚਰ ਐਂਡ ਗਵਰਨਮੈਂਟ ਇਨ ਡਿਸਚਾਰਜਿੰਗ ਇਟਸ ਫੰਕਸ਼ਨ। ਕਿਸ ਤਰ੍ਹਾਂ ਫੰਕਸ਼ਨਸ ਕਰਨੇ ਹਨ, ਕਿਸ ਤਰ੍ਹਾਂ ਕੰਮ ਕਰਦੇ ਹਨ ਲੈਜਿਸਲੇਚਰ ਅਤੇ ਗਵਰਨਮੈਂਟ, ਜੋ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਦੱਸੀਆਂ ਹਨ। ਨੈਕਸਟ ਹੈ ਜੀ ਵਿਚ ਵਨ ਆਫ ਦ ਫਲੋਇੰਗ ਇਜ਼ ਨੋਟ ਇਨ ਦ DPSC ਆਫ ਸਟੇਟ ਆਫ ਪੋਲਿਸੀ। ਇਹਨਾਂ ਵਿੱਚੋਂ DPSP ਵਾਲਾ ਟੌਪਿਕ ਵੀ ਆਪਾਂ ਪੂਰਾ ਕੰਪਲੀਟ ਕਰਾਂਗੇ। ਇਸ ਵਿੱਚੋਂ ਕਿਹੜਾ ਇੱਕ DPSP ਦੇ ਵਿੱਚ ਨਹੀਂ ਆਉਂਦਾ? ਤਾਂ ਉਹ ਕਿਹੜਾ ਨਹੀਂ ਆਉਂਦਾ ਜੀ? ਇਸਟੈਬਲਿਸ਼ਮੈਂਟ ਆਫ ਸੋਸ਼ਲਿਜ਼ਮ ਇਨ ਇੰਡੀਆ, ਇਹ DPSP ਦਾ ਪਾਰਟ ਨਹੀਂ ਹੈ। ਆਰਟੀਕਲ 51A ਆਫ ਦ ਕੌਨਸਟੀਟਿਊਸ਼ਨ ਆਫ ਇੰਡੀਆ ਕਿਸ ਚੀਜ਼ ਦੀ ਗੱਲ ਕਰਦਾ? ਇਹ ਗੱਲ ਕਰਦਾ ਜੀ ਇੱਥੇ ਸਰਟਨ ਫੰਡਾਮੈਂਟਲ ਡਿਊਟੀਜ਼ ਹਨ ਐਵਰੀ ਸਿਟੀਜ਼ਨ ਆਫ ਇੰਡੀਆ ਦੀਆਂ। ਸੋ ਹੀ ਇਜ਼ ਦ ਰਾਈਟ ਆਂਸਰ। ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਤੁਸੀਂ ਯਾਦ ਰੱਖਣਾ ਜੋ ਇੰਟਰਨੈਸ਼ਨਲ ਪੀਸ ਅਤੇ ਸਿਕਿਉਰਿਟੀ ਦੀ ਗੱਲ ਕਿਹੜੇ ਆਰਟੀਕਲ 'ਚ ਕੀਤੀ ਗਈ ਹੈ? ਤਾਂ ਉਹ ਹੈ ਜੀ ਆਰਟੀਕਲ 51। ਨੈਕਸਟ ਹੈ ਜੀ ਦ ਡੀਨੋਮੀਨੇਸ਼ਨਲ ਸਕੂਲਸ ਇਨ ਇੰਡੀਆ ਇਨ ਟਰਮਸ ਆਫ ਕੌਨਸਟੀਟਿਊਸ਼ਨ ਕੀ ਹੁੰਦੇ ਹਨ ਜੀ? ਅਲਾਊ ਕਰਦੇ ਹਨ, ਕੀ ਇੰਪਾਰਟ ਕਰਦੇ ਆ? ਰਿਲੀਜੀਅਸ ਐਜੂਕੇਸ਼ਨ ਟੂ ਸਟੂਡੈਂਟਸ ਹੂ ਆਸਕ ਫॉर ਇਟ। ਜਿਹੜੇ ਸਟੂਡੈਂਟਸ ਰਿਲੀਜੀਅਸ ਐਜੂਕੇਸ਼ਨ ਚਾਹੁੰਦੇ ਹਨ ਉਹਨਾਂ ਨੂੰ ਸਕੂਲ ਐਜੂਕੇਸ਼ਨ ਪ੍ਰੋਵਾਈਡ ਕਰਵਾਉਂਦੇ ਹਨ। ਨੈਕਸਟ ਹੈ ਜੀ ਵਿਚ ਆਰਟੀਕਲ ਆਫ ਦ ਕੌਨਸਟੀਟਿਊਸ਼ਨ ਗਿਵਸ ਦ ਮਾਈਨੋਰਿਟੀਜ਼ ਦ ਰਾਈਟ ਟੂ ਸਟੈਬਲਿਸ਼ ਐਂਡ ਐਡਮਿਨਿਸਟਰ ਐਜੂਕੇਸ਼ਨਲ ਇੰਸਟੀਟਿਊਸ਼ਨ ਆਫ ਦੇਅਰ ਓਨ ਚੋਇਸਿਸ। ਆਪਦੀ ਚੋਇਸ ਦੇ ਉਹ ਜੋ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਸਥਾਪਿਤ ਕਰ ਸਕਦੇ ਨੇ। ਕਿਹੜੇ ਆਰਟੀਕਲ ਦੇ ਵਿੱਚ ਕਿਹਾ ਗਿਆ ਜੀ? ਆਰਟੀਕਲ 30 ਦੇ ਵਿੱਚ। ਸੋ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ ਆਰਟੀਕਲ 15 ਕੌਨਸਟੀਟਿਊਸ਼ਨ ਦਾ ਆਪਾਂ ਨੂੰ ਕੀ ਦੱਸਦਾ ਹੈ? ਇਹ ਮਨਾਹੀ ਕਰਦਾ ਡਿਸਕ੍ਰਿਮੀਨੇਸ਼ਨ, ਚਾਹੇ ਤੁਸੀਂ ਰਿਲੀਜਨ, ਰੇਸ, ਸੈਕਸ ਜਾਂ ਬਰਥ ਦੇ ਪਲੇਸ 'ਤੇ ਆਪਾਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰ ਸਕਦੇ। ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ ਇਨਵਾਇਰਮੈਂਟ ਦੀ ਇੰਪਰੂਵਮੈਂਟ ਅਤੇ ਸੇਫ ਗਾਰਡਿੰਗ ਕਰਨੀ ਆ ਫੋਰੈਸਟ ਦੀ। ਇਹ ਕਿਹੜੀ ਚੀਜ਼ ਵਿੱਚ ਦੱਸਿਆ? ਕਿਹੜੇ ਆਰਟੀਕਲ 'ਚ? ਆਰਟੀਕਲ 48A ਦੇ ਵਿੱਚ। ਨੈਕਸਟ ਹੈ ਜੀ ਵਿਚ ਆਰਟੀਕਲ ਆਫ ਕੌਨਸਟੀਟਿਊਸ਼ਨ ਇੰਡੀਆ ਰੈਫਰਸ ਟੂ ਦਾ ਪ੍ਰਮੋਸ਼ਨ ਆਫ ਐਜੂਕੇਸ਼ਨਲ ਐਂਡ ਇਕਨੋਮਿਕ ਇੰਟਰਸਟ ਆਫ ਦਾ ਵੀਕਰ ਸੈਕਸ਼ਨ। ਇਹਦੀ ਗੱਲ ਆਪਾਂ ਪਹਿਲਾਂ ਹੀ ਕੀਤੀ ਸੀ ਅਤੇ ਆਰਟੀਕਲ 46 ਦੇ ਵਿੱਚ ਆਉਂਦਾ ਹੈ। ਨੈਕਸਟ ਹੈ ਜੀ ਵਟ ਇਜ਼ ਦਾ ਅਡਲਟ ਏਜ ਲਿਮਿਟ ਫॉर ਐਜੂਕੇਸ਼ਨ ਅਕੋਰਡਿੰਗ ਟੂ ਦਾ ਗਵਰਨਮੈਂਟ ਦੇ ਅਕੋਰਡਿੰਗ ਜੋ ਅਡਲਟ ਏਜ ਲਿਮਿਟ ਹੈ ਕਿੰਨੀ ਹੋਣੀ ਚਾਹੀਦੀ ਹੈ? 15 ਤੋਂ 35, 15 ਤੋਂ 50 ਜਾਂ 20 ਤੋਂ 35। ਤਾਂ ਇਸ ਦਾ ਆਨਸਰ ਹੈ ਜੀ ਆਲ ਆਫ ਦਾ ਅਬਵ। ਐਜੂਕੇਸ਼ਨ ਤੁਸੀਂ ਕਿਸੇ ਵੀ ਏਜ ਵਿੱਚ ਜੋ ਹੈ ਗੇਨ ਕਰ ਸਕਦੇ ਹੋ। ਨੈਕਸਟ ਹੈ ਜੀ ਵਾਈ ਅਡਲਟ ਐਜੂਕੇਸ਼ਨ ਇਜ਼ ਸੋ ਐਸੈਂਸ਼ੀਅਲ ਇਨ ਯੂਰ ਓਪੀਨੀਅਨ? ਕਿਉਂ ਜ਼ਰੂਰੀ ਹੈ? ਕਿਉਂਕਿ ਆਫਟਰ ਗੈਟਿੰਗ ਐਜੂਕੇਸ਼ਨ ਦੇ ਬਿਕਮ ਸੈਲਫ ਰਿਲਾਇੰਟ, ਖੁਦ ਨਿਰਭਰ ਹੋ ਜਾਂਦੇ ਨੇ, ਤਾਂ ਜੋ ਐਜੂਕੇਸ਼ਨ ਹੈ ਜ਼ਰੂਰੀ ਹੈ। ਨੈਕਸਟ ਹੈ ਜੀ ਵਟ ਸੌਰਟ ਆਫ ਸਕੂਲਸ ਵਿਲ ਬੀ ਸੂਟੇਬਲ ਫॉर ਦ ਚਿਲਡਰਨ ਆਫ ਸ਼ਡਿਊਲ ਟਰਾਈਬ। ਜੋ ST ਬੱਚੇ ਹੁੰਦੇ ਨੇ ਉਹਨਾਂ ਲਈ ਕਿਸ ਤਰ੍ਹਾਂ ਦੇ ਸਕੂਲ ਹੋ ਜਾਂਦੇ ਨੇ, ਕਿੱਦਾਂ ਦੇ ਹੋਣੇ ਚਾਹੀਦੇ ਹਨ? ਦੋਜ ਜਿਹੜੇ ਕਿ ਉਹਨਾਂ ਦੇ ਏਰੀਆਜ਼ ਦੇ ਵਿੱਚ ਖੁੱਲ੍ਹੇ ਹੋਏ ਹੋਣ। ਟੀਚਰ ਡੇ ਸੈਲੀਬ੍ਰੇਟ ਕੀਤਾ ਜਾਂਦਾ, ਇੱਥੋਂ ਪਤਾ ਲੱਗ ਜਾਂਦਾ ਕਦੋਂ ਕੀਤਾ ਜਾਂਦਾ? 5 ਸਤੰਬਰ ਨੂੰ। ਤਾਂ ਕਿਸ ਦੇ ਓਨਰ ਦੇ ਵਿੱਚ ਕੀਤਾ ਜਾਂਦਾ? ਮਤਲਬ ਕਿ ਇਹਦੀ ਯਾਦ ਦੇ ਵਿੱਚ ਆਪਾਂ ਮਨਾਉਂਦੇ ਹਾਂ ਸਰਵਪੱਲੀ ਰਾਧਾ ਕ੍ਰਿਸ਼ਨਨ। ਰਿਸਪੌਂਸੀਬਿਲਿਟੀ ਹੈ ਹਾਇਰ ਐਜੂਕੇਸ਼ਨ ਇੰਡੀਆ ਦੀ ਇਜ਼ ਔਨ। ਸਾਰੀ ਰਿਸਪੌਂਸੀਬਿਲਿਟੀ ਜੋ ਹਾਇਰ ਐਜੂਕੇਸ਼ਨ ਦੀ ਉਹ ਕਿਸ ਦੇ ਉੱਪਰ ਹੈ ਜੀ? UGC ਦੇ। ਅਤੇ UGC ਦੀ ਫੁੱਲ ਫਾਰਮ ਕੀ ਹੈ? ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ। ਅਤੇ ਇਸ ਤਰ੍ਹਾਂ ਤੁਸੀਂ NCERT ਦੀ ਵੀ ਦੇਖਣੀ ਹੈ ਜੀ, ਨੈਸ਼ਨਲ ਕਾਊਂਸਲ ਫॉर ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਨੈਕਸਟ ਹੈ ਵਾਈ ਐਜੂਕੇਸ਼ਨ ਟੂ ਟਰਾਈਬਲ ਚਿਲਡਰਨ ਇਜ਼ ਕਿਉਂ ਜ਼ਰੂਰੀ ਹੈ? ਕਿਉਂਕਿ ਦੇ ਵਿਲ ਬਿਕਮ ਇਨਲਾਈਟਡ, ਉਹਨਾਂ ਨੂੰ ਕੁਛ ਨੌਲੇਜ ਇਸ ਤੋਂ ਜ਼ਰੂਰ ਮਿਲਦੀ ਹੈ। ਇੰਡੀਅਨ ਐਜੂਕੇਸ਼ਨ ਕਮਿਸ਼ਨ ਜੋ 1966 ਦਾ ਆਇਆ ਸੀ, ਕਿਸ ਚੀਜ਼ 'ਤੇ ਸਟਰੈਸ ਸੀ ਇਹਦਾ? ਇਹ ਸੀ ਜੀ ਕਿਸ ਚੀਜ਼ 'ਤੇ ਇਹਨੇ ਜ਼ੋਰ ਦਿੱਤਾ ਸੀ? ਵੈਲਿਊ ਓਰੀਐਂਟੇਸ਼ਨ 'ਤੇ। ਸੋ ਇਹ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਹੂ ਅਮੰਗ ਦਾ ਫਲੋਇੰਗ ਸਟੂਡੈਂਟਸ ਵਿਲ ਬਿਕਮ ਗੁੱਡ ਸਿਟੀਜ਼ਨ। ਕਿਸ ਤਰ੍ਹਾਂ ਦੇ ਬੱਚੇ ਨੇ ਜੋ ਵਧੀਆ ਸਿਟੀਜ਼ਨਸ ਬਣਦੇ ਨੇ? ਤਾਂ ਉਹ ਹੁੰਦੇ ਹਨ ਜੀ ਜਿਹੜੇ ਦੂਸਰਿਆਂ ਦੀ ਹੈਲਪ ਕਰਦੇ ਨੇ।
ਅਕੋਰਡਿੰਗ ਟੂ ਯੂ, ਤੁਹਾਡੇ ਅਕੋਰਡਿੰਗ ਦਾ ਚੀਫ ਏਮ ਆਫ ਐਜੂਕੇਸ਼ਨ ਦਾ ਮੁੱਖ ਏਮ ਕੀ ਹੋਣਾ ਚਾਹੀਦਾ ਹੈ? ਆਲ ਰਾਊਂਡ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਟੂਡੈਂਟਸ ਦੀ। ਬਟ ਸ਼ੁੱਡ ਬੀ ਡਨ ਫॉर ਟੀਚਿੰਗ ਦਾ ਕੁਆਲਿਟੀਜ਼ ਆਫ ਅ ਗੁੱਡ ਸਿਟੀਜ਼ਨ, ਤਾਂ ਗੁੱਡ ਸਿਟੀਜ਼ਨ ਦੀ ਕੁਆਲਿਟੀਜ਼ ਲਈ ਤੁਸੀਂ ਕੀ ਕਰੋਗੇ? ਦੇ ਸ਼ੁੱਡ ਬੀ ਗਿਵਨ ਓਪਰਚੁਨਿਟੀ ਵਰਕ ਕਲੈਕਟਿਵਲੀ ਫॉर ਸਮ ਟਾਈਮ, ਬੱਚਿਆਂ ਨੂੰ ਗਰੁੱਪ ਦੇ ਵਿੱਚ ਕੰਮ ਕਰਨ ਦੀ ਲਈ ਆਪਾਂ ਇਨਕਰੇਜ ਕਰਾਂਗੇ। ਟੂ ਮੇਕ ਸਟੂਡੈਂਟਸ ਅਵੇਅਰ ਆਫ ਫਿਜ਼ੀਕਲ ਲੇਬਰ, ਟੀਚਰ ਸ਼ੁੱਡ, ਬੱਚੇ ਨੂੰ ਅਵੇਅਰ ਕਰਨਾ ਹੈ ਫਿਜ਼ੀਕਲ ਜੋ ਲੇਬਰ ਹੈ, ਤਾਂ ਟੀਚਰ ਨੂੰ ਕੀ ਕਰਨਾ ਚਾਹੀਦਾ ਹੈ? ਤਾਂ ਟੀਚਰ ਇਸ ਲਈ ਕੀ ਕਰੇਗਾ ਜੀ? ਡੈਮੋਨਸਟ੍ਰੇਟ ਕਰੇਗਾ, ਉਹ ਦਿਖਾਏਗਾ ਕਿ ਇੱਕ ਜੋ ਵਰਕਰ ਆ ਲੇਬਰੀਅਸ ਉਹ ਕਿੱਦਾਂ ਕੰਮ ਕਰਦੇ ਨੇ। ਸੋ ਡੀ ਇਜ਼ ਦਾ ਰਾਈਟ ਆਨਸਰ, ਡੈਮੋ ਦੇਵੇਗਾ ਉਹ। ਟੂ ਡੈਵਲਪ ਦਾ ਕੁਆਲਿਟੀ ਆਫ ਲੀਡਰਸ਼ਿਪ ਅਮੰਗ ਸਟੂਡੈਂਟਸ ਯੂ ਵਿਲ ਬੀ, ਬੱਚਿਆਂ ਦੇ ਅੰਦਰ ਲੀਡਰਸ਼ਿਪ ਦੀ ਕੁਆਲਿਟੀ ਆਪਾਂ ਚਾਹੁੰਦੇ ਹਾਂ ਤਾਂ ਆਪਾਂ ਕੀ ਕਰਾਂਗੇ? ਤਾਂ ਆਪਾਂ ਜੀ ਐਗਜ਼ਿਬਿਟ ਕਰਾਂਗੇ, ਪ੍ਰੋਵਾਈਡ ਕਰਾਂਗੇ ਓਪਰਚੁਨਿਟੀ ਸਟੂਡੈਂਟਸ ਦੇ ਲਈ ਕਿ ਉਹ ਗਰੁੱਪ ਐਕਟੀਵਿਟੀਜ਼ ਦੇ ਵਿੱਚ ਕੰਮ ਕਰਨ। ਔਨ ਦਾ ਟੈਸਟਿੰਗ ਆਫ ਨਿਊਕਲੀਅਰ ਟੈਸਟ, ਨਿਊਕਲੀਅਰ ਟੈਸਟਿੰਗ ਹੋ ਰਹੀ ਹੈ ਤਾਂ ਤੁਸੀਂ ਕੀ ਕਰੋਗੇ? ਰੀਜ਼ਨ ਆਊਟ ਆਲ ਦਾ ਪੋਸੀਬਿਲਿਟੀਜ਼ ਲੌਜੀਕਲੀ, ਸਾਰੀਆਂ ਜੋ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਪੋਸੀਬਲੀ ਜੋ ਵੀ ਪੋਸੀਬਲ ਚੀਜ਼ਾਂ ਹੋ ਸਕਦੀਆਂ ਨੇ ਦੇਖਾਂਗੇ। ਨੈਕਸਟ ਹੈ ਜੀ, ਹਾਊ ਵਿਲ ਯੂ ਕੋਪ ਅਪ ਵਿਦ ਮਾਡਰਨ ਸੋਸਾਇਟੀਜ਼ ਕਰਪਸ਼ਨ ਐਂਡ ਸਟੂਡੈਂਟਸ ਇੰਟੈਲੀਜੈਂਸ ਇਨ ਐਂਟੀ ਸੋਸ਼ਲ ਐਕਟਸ, ਤਾਂ ਉਸ ਚੀਜ਼ ਨੂੰ ਜੋ ਐਂਟੀ ਸੋਸ਼ਲ ਐਕਟੀਵਿਟੀਜ਼ ਨੇ, ਜੋ ਕਰਪਸ਼ਨ ਆ, ਉਸ ਚੀਜ਼ ਨਾਲ ਆਪਾਂ ਕਿੱਦਾਂ ਡੀਲ ਕਰਾਂਗੇ? ਤਾਂ ਉਸ ਦੇ ਲਈ ਜੀ ਆਪਾਂ ਪ੍ਰੈਜ਼ੈਂਟਿੰਗ ਯੂਰ ਸੈਲਫ, ਆਪਾਂ ਬੱਚਿਆਂ ਦੇ ਸਾਹਮਣੇ ਆਪਣੇ ਆਪ ਨੂੰ ਇੱਕ ਵਧੀਆ ਐਗਜ਼ਾਮਪਲ ਦੇ ਤੌਰ 'ਤੇ ਸੈੱਟ ਕਰਾਂਗੇ। ਸੋ ਡੀ ਇਜ਼ ਦਾ ਰਾਈਟ ਆਨਸਰ। ਫॉर ਇਨਕਰੇਜਿੰਗ ਡੈਮੋਕ੍ਰੇਟਿਕ ਲਿਵਿੰਗ ਅਮੰਗ ਸਟੂਡੈਂਟਸ ਯੂ ਵਿਲ ਅਡੋਪਟ, ਬੱਚਿਆਂ ਦੇ ਸਾਹਮਣੇ ਇੱਕ ਵਧੀਆ ਇਨਕਰੇਜ ਡੈਮੋਕ੍ਰੇਟਿਕ ਲਿਵਿੰਗ ਦਿਖਾਉਣੀ ਹੈ ਤਾਂ ਆਪਾਂ ਕਿਹੜੀ ਚੀਜ਼ ਅਡੋਪਟ ਕਰਾਂਗੇ? ਤਾਂ ਜੀ ਸੋਸ਼ਲ ਇੰਟਰੈਕਸ਼ਨ ਬੱਚਿਆਂ ਦੇ ਆਪਾਂ ਅਡੋਪਟ ਕਰਾਂਗੇ। ਪਰਪਸ ਕੀ ਹੈ? ਮੇਕਿੰਗ ਸਾਇੰਸ ਐਜੂਕੇਸ਼ਨ ਕੰਪਲਸਰੀ 10th ਬੱਚੇ ਤੋਂ ਬਾਅਦ ਤੱਕ 10ਵੀਂ ਦੇ ਤੱਕ ਜੋ ਹੈ ਬੱਚਿਆਂ ਦੇ ਅੰਦਰ ਜੋ ਸਾਇੰਸ ਹੈ ਉਹ ਬੱਚਿਆਂ ਨੂੰ ਸਾਇੰਸ ਪੜ੍ਹਾ ਰਹੇ ਹਨ, ਕਿਉਂ ਕਰ ਰਹੇ ਹਨ? ਤਾਂ ਕਿ ਉਹਨਾਂ ਦੇ ਵਿੱਚ ਇਨਕਲਕੇਟ ਹੋਵੇ ਰੈਸ਼ਨਲ ਟੈਂਪਰ। ਟੂ ਰਿਮੂਵ ਕਾਸਟਿਜ਼ਮ ਫॉर ਸੋਸਾਇਟੀ, ਕਾਸਟ ਨੂੰ ਖਤਮ ਕਰਨਾ ਹੈ ਤਾਂ ਕੀ ਕਰਾਂਗੇ? ਵਿਲ ਟਰਾਈ ਟੂ ਰਿਮੂਵ ਇਟ ਬਾਈ ਕਾਉਂਸਲਿੰਗ ਵਿਦ ਅਦਰ ਪਰਸਨਸ, ਤਾਂ ਆਪਾਂ ਕਾਉਂਸਲਿੰਗ ਕਰਾਂਗੇ ਤਾਂ ਕਿ ਉਹ ਜੋ ਚੀਜ਼ ਹੈ ਉਹ ਖਤਮ ਹੋਵੇ। ਸਕੂਲ ਕੈਨ ਰੈਂਡਰ ਇਨਵੈਲੂਏਬਲ ਸਰਵਿਸ ਟੂ ਸੋਸਾਇਟੀ, ਸਕੂਲ ਜੋ ਹੈ ਸੋਸਾਇਟੀ ਲਈ ਵਧੀਆ ਸਰਵਿਸ ਪ੍ਰਦਾਨ ਕਰਦਾ ਹੈ। ਕਿਵੇਂ? ਸੋਸ਼ਲ ਸਰਵਿਸ ਕੈਂਪਸ ਰਾਹੀਂ, ਐਜੂਕੇਸ਼ਨ ਸੈਂਟਰਸ ਰਾਹੀਂ ਜਾਂ ਕਲੀਨਲੀਨੈਸ ਕੈਂਪਿੰਗ ਰਾਹੀਂ ਇਹ ਚੀਜ਼ਾਂ ਜੋ ਨੇ ਉਹ ਕਰ ਸਕਦਾ ਹੈ। ਇਨ ਸਟੂਡੈਂਟ ਲਾਈਫ ਸਟੂਡੈਂਟਸ ਫੇਥ ਇਨ ਦਾ ਹਿਊਮਨ ਵੈਲਿਊਜ਼ ਸ਼ੁੱਡ ਬੀ ਜਨਰੇਟਡ ਟੂ, ਕਿਸ ਚੀਜ਼ ਰਾਹੀਂ ਬੱਚਿਆਂ ਦੇ ਅੰਦਰ ਆਪਾਂ ਜੋ ਹੈ ਸਟੂਡੈਂਟ ਫੇਥ ਦੇ ਵਿੱਚ ਹਿਊਮਨ ਵੈਲਿਊਜ਼ ਜਨਰੇਟ ਕਰ ਸਕਦੇ ਹਾਂ? ਤਾਂ ਉਹ ਹੁੰਦਾ ਹੈ ਜੀ ਮੋਰਲ ਐਜੂਕੇਸ਼ਨ ਦੇ ਰਾਹੀਂ। ਨੈਕਸਟ ਹੈ ਟੂ ਬ੍ਰਿੰਗ ਆਰ ਕੰਟਰੀ ਟੂ ਦਾ ਟੋਪ ਆਫ ਦਾ ਡਿਵੈਲਪਮੈਂਟ, ਤਾਂ ਆਪਾਂ ਕੀ ਕਰਾਂਗੇ? ਰੀਜ਼ਨਸ ਦੇਖਾਂਗੇ ਪ੍ਰੋਗਰੈਸ ਟੂ ਦਾ ਸਟੂਡੈਂਟਸ, ਬੱਚਿਆਂ ਨੂੰ ਰੀਜ਼ਨ ਦੱਸਾਂਗੇ ਕਿਸ ਤਰ੍ਹਾਂ ਪ੍ਰੋਗਰੈਸ ਹੈ ਜੋ ਹੋ ਰਹੀ ਹੈ। ਨੈਕਸਟ ਹੈ ਜੀ ਫੀਲਿੰਗ ਆਫ ਕੋਆਪਰੇਸ਼ਨ ਕੈਨ ਬੀ ਡਿਵੈਲਪਡ ਅਮੰਗ ਸਟੂਡੈਂਟਸ, ਕੋਆਪਰੇਸ਼ਨ ਦੀ ਫੀਲਿੰਗ ਕਿਸ ਤਰ੍ਹਾਂ ਹੋਵੇਗੀ ਜਦ ਬੱਚੇ ਨੇ ਜੋ ਗਰੁੱਪਸ ਦੇ ਵਿੱਚ ਮਿਲ ਕੇ ਕੰਮ ਕਰਨਗੇ। ਸੋ ਇਸ ਦੇ ਨਾਲ ਹੀ ਜੀ ਇਹ ਜੋ ਪਾਰਟ ਦੇ ਆਪਣੇ ਟੌਪਿਕ ਦੇ ਇੰਪੋਰਟੈਂਟ MCQs ਹਨ ਕਵਰ ਹੋ ਗਏ ਹਨ। ਉੱਥੇ ਤੁਹਾਨੂੰ ਇਸ ਫਾਰਮ ਦੇ ਵਿੱਚ ਹੀ MCQs ਆਉਣਗੇ। ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਇੱਕ DPSP ਵਾਲਾ ਪਾਰਟ ਆਪਣਾ ਕਵਰ ਕਰਨਾ ਹੈ। ਇਸ ਤੋਂ ਬਿਨਾਂ ਜੀ ਜੋ ਆਪਣੇ ਆਰਟੀਕਲਸ ਨੇ ਇੰਪੋਰਟੈਂਟ ਉਹਨਾਂ ਨੂੰ ਆਪਾਂ ਇੱਕ ਟ੍ਰਿਕ ਰਾਹੀਂ ਯਾਦ ਕਰਾਂਗੇ। ਅਤੇ ਇਸ ਤੋਂ ਬਾਅਦ ਹੋਰ ਵੀ ਜਿਵੇਂ ਆਪਣੇ ਫਾਊਂਡਰਸ ਨੇ ਫੇਸਬੁੱਕ ਵਗੈਰਾ ਦੇ ਉਹ ਵੀ ਆਪਾਂ ਨਾਲ ਦੀ ਨਾਲ ਹੀ ਇਸ ਵੀਡੀਓ ਦੇ ਥਰੂ ਰਾਹੀਂ ਕਵਰ ਕਰਦੇ ਜਾਵਾਂਗੇ। ਆਪਣਾ ਟੀਚਿੰਗ ਵਾਲਾ ਪਾਰਟ ਆਲਮੋਸਟ ਖਤਮ ਹੋਣ ਵਾਲਾ ਹੈ, ਇੱਕ ਹੀ ਟੌਪਿਕ ਮੇ ਵੀ ਰਹਿੰਦਾ ਹੋਵੇਗਾ, ਬਾਕੀ ਸਾਰੇ ਇਹਨਾਂ ਦੇ ਆਪਣੇ ਜੋ ਇੰਪੋਰਟੈਂਟ MCQs ਹਨ ਉਹ ਕਵਰ ਹੋ ਜਾਣਗੇ। ਇਸ ਤੋਂ ਬਾਅਦ ਆਪਾਂ ਜੋ ਹੋਰ ਟੌਪਿਕਸ ਨੇ ਜਿੱਦਾਂ GK ਵਾਲਾ ਤੁਸੀਂ ਪੰਜਾਬ ਦੀਆਂ ਵੀਡੀਓਜ਼ ਦੇਖ ਸਕਦੇ ਹੋ, ਉਸ ਦੇ ਵਿੱਚ ਸਾਰਾ ਕਵਰ ਕੀਤਾ ਹੋਇਆ ਹੈ। ਪੰਜਾਬੀ ਵਾਲਾ ਵੀ ਮੇਰਾ ਚੈਨਲ 'ਤੇ ਜੋ ਵੀਡੀਓਜ਼ ਨੇ ਉਹ ਅਪਡੇਟ ਕੀਤੀਆਂ ਹੋਈਆਂ ਨੇ, ਜਿਸ ਵਿੱਚ ਪੰਜਾਬੀ ਸੱਭਿਆਚਾਰ ਵਗੈਰਾ ਵਾਲੇ ਜੋ ਟੌਪਿਕਸ ਨੇ ਉਹ ਹੈਗੇ ਨੇ, ਤੁਸੀਂ ਉੱਥੋਂ ਕਵਰ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਜੋ ਆਪਣਾ ਨੈਕਸਟ ਟੌਪਿਕ ਹੈ ਜੋ ਸਾਇੰਸ ਦਾ ਹੈ ਜਾਂ ਕੈਮਿਸਟਰੀ ਦਾ ਹੈ, ਆਪਾਂ ਉਸ ਦੇ ਇੰਪੋਰਟੈਂਟ MCQs ਸਟਾਰਟ ਕਰਾਂਗੇ। ਫਿਰ ਇੰਗਲਿਸ਼ ਦਾ, ਪੰਜਾਬੀ ਦਾ, ਅਤੇ ਲਾਸਟ ਦੇ ਵਿੱਚ ਰੀਜ਼ਨਿੰਗ ਕਰਾਂਗੇ। ਇੰਗਲਿਸ਼ ਦਾ ਜੋ ਵੀ ਪਾਰਟ ਹੋਵੇਗਾ ਜੀ ਜੋ ਆਪਣੀ ਗ੍ਰਾਮਰ ਹੈ ਉਹ ਆਪਾਂ ਪੰਜਾਬੀ ਰਾਹੀਂ ਕਰਾਂਗੇ ਤਾਂ ਕਿ ਤੁਹਾਨੂੰ ਈਜ਼ੀ ਵੇ ਦੇ ਵਿੱਚ ਸਮਝ ਆ ਜਾਵੇ ਅਤੇ ਪੇਪਰ ਦੇ ਵਿੱਚ ਜੋ ਵੀ ਆਨਸਰ ਹੈ ਤੁਸੀਂ ਉਹ ਕਰੈਕ ਕਰਨ ਦੇ ਏਬਲ ਹੋ ਸਕੋ। ਅਤੇ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।